प्यारे विद्यार्थियों, सत श्री अकाल। मैं प्रियंका महाजन ਸਾਇੰਸ ਮਿਸਟਰੈਸ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਜਲੰਧਰ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਬੇਟਾ, ਅੱਜ ਮੈਂ ਤੁਹਾਨੂੰ ਚੈਪਟਰ ਨੰਬਰ 10 ਲਾਈਟ, ਰਿਫਲੈਕਸ਼ਨ ਐਂਡ ਰੀਫਰੈਕਸ਼ਨ, ਪ੍ਰਕਾਸ਼, ਪਰਾਵਰਤਨ ਅਤੇ ਅਪਵਰਤਨ ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਸਾਰੇ ਵਿਦਿਆਰਥੀ ਇਸ ਅਧਿਆਇ ਨੂੰ ਧਿਆਨ ਨਾਲ ਸਮਝਣਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰਨਗੇ। ਸੋ ਬੇਟਾ, ਲੈਟ ਅਸ ਸਟਾਰਟ। ਸਭ ਤੋਂ ਪਹਿਲਾਂ ਅਸੀਂ ਪ੍ਰਕਾਸ਼ ਬਾਰੇ ਪੜਾਂਗੇ, ਲਾਈਟ ਬਾਰੇ। ਪ੍ਰਕਾਸ਼ ਊਰਜਾ ਦਾ ਉਹ ਰੂਪ ਹੈ ਜੋ ਵਸਤੂਆਂ ਨੂੰ ਵੇਖਣਯੋਗ ਬਣਾਉਂਦਾ ਹੈ। ਜਦੋਂ ਕੋਈ ਵਸਤੂ ਆਪਣੇ ਉੱਤੇ ਪੈ ਰਹੇ ਪ੍ਰਕਾਸ਼ ਨੂੰ ਪਰਾਵਰਤਿਤ ਕਰਦੀ ਹੈ, ਰਿਫਲੈਕਟ ਕਰਦੀ ਹੈ, ਤਾਂ ਇਹ ਪਰਾਵਰਤਿਤ ਪ੍ਰਕਾਸ਼ ਸਾਡੀਆਂ ਅੱਖਾਂ ਦੁਆਰਾ ਗ੍ਰਹਿਣ ਕਰ ਲਿਆ ਜਾਂਦਾ ਹੈ ਤੇ ਸਾਡਾ ਦਿਮਾਗ ਇਸ ਸੰਕੇਤ ਨੂੰ ਸਮਝਦਾ ਹੈ ਤੇ ਜੋ ਕਿ ਉਸ ਵਸਤੂ ਨੂੰ ਵੇਖਣਯੋਗ ਬਣਾਉਂਦਾ ਹੈ। ਇਸ ਤਰ੍ਹਾਂ ਸਾਨੂੰ ਵਸਤੂਆਂ ਦਿਖਾਈ ਦਿੰਦੀਆਂ ਹਨ। ਫਿਰ ਹੈ ਪ੍ਰਕਾਸ਼ ਦਾ ਪਰਾਵਰਤਨ। ਜਦੋਂ ਪ੍ਰਕਾਸ਼ ਕਿਸੇ ਸਮਤਲ ਸਤ੍ਹਾ ਨਾਲ ਟਕਰਾਉਂਦਾ ਹੈ ਤਾਂ ਉਸੇ ਮਾਧਿਅਮ ਵਿੱਚ ਵਾਪਸ ਮੁੜ ਜਾਂਦਾ ਹੈ। ਇਸ ਨੂੰ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਨ। ਪਰਾਵਰਤਨ ਦੇ ਕੁਝ ਨਿਯਮ ਹਨ। ਪਹਿਲਾ ਨਿਯਮ, ਆਪਾਤੀ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇੱਕ ਤਲ ਵਿੱਚ ਹੁੰਦੇ ਹਨ। ਉਹ ਕਿਰਨ ਜਿਹੜੀ ਸਮਤਲ ਸਤ੍ਹਾ ਨਾਲ ਟਕਰਾਉਂਦੀ ਹੈ ਉਸ ਨੂੰ ਅਸੀਂ ਆਪਾਤੀ ਕਿਰਨ, ਇੰਸੀਡੈਂਟ ਰੇ ਕਹਿੰਦੇ ਹਾਂ, ਤੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਰਹੀ ਕਿਰਨ ਨੂੰ ਅਸੀਂ ਪਰਾਵਰਤਿਤ ਕਿਰਨ, ਰਿਫਲੈਕਟਿਡ ਰੇ ਕਹਿੰਦੇ ਹਾਂ। ਤੇ ਇੱਕ ਇਮੈਜਨਰੀ ਲਾਈਨ ਜਿਹੜੀ ਕਿ ਸਮਤਲ ਸਤ੍ਹਾ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਹੈ ਉਸ ਨੂੰ ਅਸੀਂ ਨਾਰਮਲ ਅਭਿਲੰਬ ਕਹਿ ਦਿੰਦੇ ਹਾਂ। ਤੇ ਪਰਾਵਰਤਨ ਦਾ ਪਹਿਲਾ ਨਿਯਮ ਕਹਿੰਦਾ ਹੈ ਕਿ ਆਪਾਤੀ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇੱਕ ਤਲ ਵਿੱਚ ਹੁੰਦੇ ਹਨ। ਦੂਜਾ ਨਿਯਮ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਕਿਸੇ ਸਮਤਲ ਸਤ੍ਹਾ ਨਾਲ ਟਕਰਾਉਂਦੀ ਹੈ ਤਾਂ ਉਹ ਇਸ ਤਰ੍ਹਾਂ ਪਰਾਵਰਤਿਤ ਹੁੰਦੀ ਹੈ ਕਿ ਆਪਤਨ ਕੋਣ ਅਤੇ ਪਰਾਵਰਤਨ ਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਪ੍ਰਕਾਸ਼ ਦੀ ਕਿਰਨ ਕਿਸੇ ਵੀ ਦੋ ਬਿੰਦੂਆਂ ਵਿੱਚ ਸਿੱਧੀ ਰੇਖਾ ਵਿੱਚ ਚੱਲਦੀ ਹੈ। ਚਿੱਤਰ ਵਿੱਚ ਵੀ ਦਰਸਾਇਆ ਗਿਆ ਹੈ। ਸਮਤਲ ਦਰਪਣ, ਕੱਚ ਦੀ ਸਮਤਲ ਸ਼ੀਟ ਜਿਸ ਦੇ ਇੱਕ ਪਾਸੇ ਚਾਂਦੀ ਦੀ ਪਰਤ ਕੀਤੀ ਹੁੰਦੀ ਹੈ ਉਸ ਨੂੰ ਸਮਤਲ ਦਰਪਣ ਕਹਿੰਦੇ ਹਨ। ਸਮਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਹਮੇਸ਼ਾ ਸਿੱਧਾ, ਆਭਾਸੀ, ਆਕਾਰ ਵਿੱਚ ਵਸਤੂ ਦੇ ਬਰਾਬਰ ਅਤੇ ਓਨਾ ਹੀ ਪਿੱਛੇ ਬਣਦਾ ਹੈ ਜਿੰਨੀ ਵਸਤੂ ਦਰਪਣ ਦੇ ਅੱਗੇ ਹੁੰਦੀ ਹੈ। ਗੋਲਾਕਾਰ ਦਰਪਣ, ਜਿਸ ਦਰਪਣ ਦੀ ਪਰਾਵਰਤਕ ਸਤ੍ਹਾ ਕੱਚ ਦੇ ਗੋਲੇ ਦਾ ਭਾਗ ਹੁੰਦੀ ਹੈ ਉਸ ਨੂੰ ਗੋਲਾਕਾਰ ਦਰਪਣ ਆਖਦੇ ਹਨ। ਇਹ ਅਵਤਲ ਦਰਪਣ ਅਤੇ ਉੱਤਲ ਦਰਪਣ ਦੋ ਤਰ੍ਹਾਂ ਦੇ ਗੋਲਾਕਾਰ ਦਰਪਣ ਦਰਸਾਏ ਗਏ ਹਨ। ਅਵਤਲ ਦਰਪਣ ਉਹ ਗੋਲਾਕਾਰ ਦਰਪਣ ਜਿਸ ਦੀ ਪਰਾਵਰਤਕ ਸਤ੍ਹਾ ਕੱਚ ਦੇ ਗੋਲੇ ਦੇ ਕੇਂਦਰ ਵੱਲ ਹੁੰਦੀ ਹੈ, ਜਿਸ ਤਰ੍ਹਾਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਉਸ ਨੂੰ ਅਵਤਲ ਦਰਪਣ ਆਖਦੇ ਹਨ। ਉੱਤਲ ਦਰਪਣ ਉਹ ਗੋਲਾਕਾਰ ਦਰਪਣ ਜਿਸ ਦੀ ਪਰਾਵਰਤਕ ਸਤ੍ਹਾ ਕੱਚ ਦੇ ਗੋਲੇ ਦੇ ਕੇਂਦਰ ਤੋਂ ਦੂਜੇ ਪਾਸੇ ਵੱਲ ਹੁੰਦੀ ਹੈ, ਚਿੱਤਰ ਵਿੱਚ ਦਰਸਾਇਆ ਗਿਆ, ਉਸ ਨੂੰ ਉੱਤਲ ਦਰਪਣ ਕਹਿੰਦੇ ਹਨ। ਵਾਸਤਵਿਕ ਪ੍ਰਤੀਬਿੰਬ, ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੀਆਂ ਹਨ ਅਤੇ ਪ੍ਰਤੀਬਿੰਬ ਵਾਸਤਵਿਕ ਬਣਦਾ ਹੈ। ਇਹ ਪ੍ਰਤੀਬਿੰਬ ਪਰਦੇ ਤੇ ਲਿਆਇਆ ਜਾ ਸਕਦਾ ਹੈ। ਇਹ ਪ੍ਰਤੀਬਿੰਬ ਹਮੇਸ਼ਾ ਉਲਟਾ ਬਣਦਾ ਹੈ। ਆਭਾਸੀ ਪ੍ਰਤੀਬਿੰਬ ਕਿਸ ਨੂੰ ਆਖਦੇ ਹਨ? ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਆਪਸ ਵਿੱਚ ਨਹੀਂ ਮਿਲਦੀਆਂ ਪਰੰਤੂ ਪਿੱਛੇ ਵਧਾਉਣ ਤੇ ਮਿਲਦੀਆਂ ਹਨ ਤਾਂ ਪ੍ਰਤੀਬਿੰਬ ਆਭਾਸੀ ਬਣਦਾ ਹੈ। ਉਹ ਪ੍ਰਤੀਬਿੰਬ ਪਰਦੇ ਤੇ ਨਹੀਂ ਲਿਆਇਆ ਜਾ ਸਕਦਾ। ਇਹ ਪ੍ਰਤੀਬਿੰਬ ਹਮੇਸ਼ਾ ਸਿੱਧਾ ਬਣਦਾ ਹੈ। ਗੋਲਾਕਾਰ ਦਰਪਣ ਲਈ ਕੁਝ ਪਰਿਭਾਸ਼ਾਵਾਂ। ਧਰੁਵ, ਦਰਪਣ ਦੇ ਮੱਧ ਬਿੰਦੂ ਨੂੰ ਧਰੁਵ ਆਖਦੇ ਹਨ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਇੱਥੇ ਦਰਪਣ ਬਣਾਇਆ ਹੈ, ਉੱਤਲ ਦਰਪਣ ਵੀ ਹੈ ਤੇ ਅਵਤਲ ਦਰਪਣ ਵੀ ਹੈ। ਇਹਨਾਂ ਦਰਪਣ ਦੇ ਜਿਹੜੇ ਮੱਧ ਬਿੰਦੂ ਹਨ ਜਿਸ ਨੂੰ ਅਸੀਂ P ਨਾਲ ਡਿਨੋਟ ਕੀਤਾ ਹੈ ਉਸ ਨੂੰ ਅਸੀਂ ਧਰੁਵ ਕਹਿੰਦੇ ਹਾਂ। ਗੋਲਾਕਾਰ ਦਰਪਣ ਦਾ ਮੁੱਖ ਫੋਕਸ, ਇਹ ਮੁੱਖ ਧੁਰੇ ਉੱਤੇ ਉਹ ਬਿੰਦੂ ਹੈ ਜਿੱਥੇ ਸਮਾਨਾਂਤਰ ਕਿਰਨਾਂ ਪਰਾਵਰਤਿਤ ਹੋ ਕੇ ਅਸਲ ਵਿੱਚ ਮਿਲਦੀਆਂ ਹਨ ਜਾਂ ਉਸ ਬਿੰਦੂ ਤੋਂ ਆਉਂਦੀਆਂ ਪ੍ਰਤੀਤ ਹੁੰਦੀਆਂ ਹਨ। ਵਕਰਤਾ ਕੇਂਦਰ, ਇਸ ਨੂੰ ਅਸੀਂ C ਨਾਲ ਡਿਨੋਟ ਕਰਦੇ ਹਾਂ। ਗੋਲਾਕਾਰ ਦਰਪਣ ਦੀ ਪਰਾਵਰਤਕ ਸਤ੍ਹਾ ਜਿਸ ਗੋਲੇ ਦਾ ਭਾਗ ਹੁੰਦੀ ਹੈ ਉਸ ਗੋਲੇ ਦੇ ਕੇਂਦਰ ਨੂੰ
ਵਕਰਤਾ ਕੇਂਦਰ ਕਹਿੰਦੇ ਹਨ। ਜਿਸ ਤਰ੍ਹਾਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਇਹ ਸਾਡਾ ਜਿਹੜਾ ਗੋਲਾ ਹੈ, ਇਸ ਦਾ ਜਿਹੜਾ ਕੇਂਦਰ ਹੈ ਸੀ, ਅਸੀਂ ਇਸ ਨੂੰ ਵਕਰਤਾ ਕੇਂਦਰ ਕਹਾਂਗੇ। ਫੋਕਸ ਦੂਰੀ ਸਮਾਲ f ਨਾਲ ਡਿਨੋਟ ਕੀਤੀ ਜਾਂਦੀ ਹੈ। ਗੋਲਾਕਾਰ ਦਰਪਣ ਦੇ ਧਰੁਵ P ਅਤੇ ਫੋਕਸ F ਦੇ ਵਿਚਕਾਰ ਦੀ ਦੂਰੀ ਨੂੰ ਫੋਕਸ ਦੂਰੀ ਸਮਾਲ f ਆਖਦੇ ਹਨ। ਵਕਰਤਾ ਅਰਧ ਵਿਆਸ R ਨਾਲ ਡਿਨੋਟ ਕੀਤਾ ਜਾਂਦਾ ਹੈ। ਗੋਲਾਕਾਰ ਦਰਪਣ ਦੀ ਪਰਾਵਰਤਕ ਸਤ੍ਹਾ ਜਿਸ ਗੋਲੇ ਦਾ ਭਾਗ ਹੈ, ਉਸ ਦਾ ਅਰਧ ਵਿਆਸ ਦਰਪਣ ਦਾ ਵਕਰ ਦਾ ਅਰਧ ਵਿਆਸ ਅਖਵਾਉਂਦਾ ਹੈ। ਜਿਸ ਤਰ੍ਹਾਂ ਇਹ ਗੋਲਾ ਤੁਹਾਨੂੰ ਦੱਸਿਆ ਗਿਆ ਹੈ, ਚਿੱਤਰ ਵਿੱਚ ਦਰਸਾਇਆ ਗਿਆ ਹੈ, ਇਸ ਗੋਲੇ ਦਾ ਜੋ ਅਰਧ ਵਿਆਸ ਹੋਏਗਾ ਉਸ ਨੂੰ ਹੀ ਅਸੀਂ ਦਰਪਣ ਦਾ ਵਕਰ ਦਾ ਅਰਧ ਵਿਆਸ ਕਹਾਂਗੇ। ਗੋਲਾਕਾਰ ਦਰਪਣ ਤੋਂ ਪ੍ਰਤੀਬਿੰਬ ਪ੍ਰਾਪਤ ਕਰਨ ਦੇ ਕੁਝ ਨਿਯਮ ਹਨ। ਉਹਨਾਂ ਨਿਯਮਾਂ ਬਾਰੇ ਅਸੀਂ ਪੜਾਂਗੇ ਤੇ ਫਿਰ ਜਦੋਂ ਅਸੀਂ ਰੇ ਡਾਇਗਰਾਮ ਕਰਾਂਗੇ ਨੈਕਸਟ ਸਲਾਈਡ ਵਿੱਚ, ਤੇ ਉਹਨਾਂ ਨਿਯਮਾਂ ਨੂੰ ਅਸੀਂ ਲਗਾ ਕੇ ਹੀ ਇਹ ਡਾਇਗਰਾਮ ਡਰਾ ਕਰਾਂਗੇ। ਸਭ ਤੋਂ ਪਹਿਲਾ ਨਿਯਮ, ਮੁੱਖ ਧੁਰੇ ਦੇ ਸਮਾਨਾਂਤਰ ਪ੍ਰਕਾਸ਼ ਕਿਰਨ ਪਰਾਵਰਤਨ ਤੋਂ ਬਾਅਦ ਮੁੱਖ ਫੋਕਸ ਵਿੱਚੋਂ ਲੰਘਦੀ ਹੈ ਜਾਂ ਮੁੱਖ ਫੋਕਸ ਵਿੱਚੋਂ ਆ ਰਹੀ ਪ੍ਰਤੀਤ ਹੁੰਦੀ ਹੈ। ਜਿਹੜੀ ਵੀ ਸਾਡੀ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਹੋਏਗੀ, ਪ੍ਰਕਾਸ਼ ਦੀ ਕਿਰਨ ਜਿਹੜੀ ਮੁੱਖ ਧੁਰੇ ਦੇ ਸਮਾਨਾਂਤਰ ਹੋਏਗੀ, ਉਹ ਹਮੇਸ਼ਾ ਪਰਾਵਰਤਨ ਤੋਂ ਬਾਅਦ ਮੁੱਖ ਫੋਕਸ ਵਿੱਚੋਂ ਲੰਘੇਗੀ ਜਾਂ ਫਿਰ ਮੁੱਖ ਫੋਕਸ ਵਿੱਚੋਂ ਲੰਘਦੀ ਹੋਈ ਪ੍ਰਤੀਤ ਹੋਵੇਗੀ। ਦੂਜਾ ਨਿਯਮ, ਦਰਪਣ ਦੇ ਵਕਰਤਾ ਕੇਂਦਰ ਵਿੱਚੋਂ ਲੰਘਣ ਵਾਲੀ ਪ੍ਰਕਾਸ਼ ਕਿਰਨ ਪਰਾਵਰਤਨ ਤੋਂ ਬਾਅਦ ਉਸੇ ਰਸਤੇ ਮੁੜ ਜਾਂਦੀ ਹੈ। ਜਿਹੜੀ ਪ੍ਰਕਾਸ਼ ਕਿਰਨ ਦਰਪਣ ਦੇ ਵਕਰਤਾ ਕੇਂਦਰ ਵਿੱਚੋਂ ਲੰਘਦੀ ਹੈ, ਉਹ ਪਰਾਵਰਤਨ ਤੋਂ ਬਾਅਦ ਵਾਪਿਸ ਵੀ ਉਸੇ ਰਸਤੇ ਤੋਂ ਮੁੜ ਜਾਂਦੀ ਹੈ। ਥਰਡ, ਆਪਾਤੀ ਅਤੇ ਪਰਾਵਰਤਿਤ ਕਿਰਨਾਂ ਮੁੱਖ ਧੁਰੇ ਦੇ ਨਾਲ ਬਰਾਬਰ ਕੋਣ ਬਣਾਉਂਦੀਆਂ ਹਨ। ਫੋਰਥ ਇਜ਼, ਗੋਲਾਕਾਰ ਦਰਪਣ ਦੇ ਮੁੱਖ ਫੋਕਸ ਵਿੱਚੋਂ ਲੰਘਣ ਵਾਲੀ ਪ੍ਰਕਾਸ਼ ਕਿਰਨ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨਾਂਤਰ ਮੁੜ ਜਾਂਦੀ ਹੈ। ਮਤਲਬ ਜਿਹੜੀ ਵੀ ਪ੍ਰਕਾਸ਼ ਕਿਰਨ ਗੋਲਾਕਾਰ ਦਰਪਣ ਦੇ ਮੁੱਖ ਫੋਕਸ ਵਿੱਚੋਂ ਲੰਘੇਗੀ ਤੇ ਪਰਿਵਰਤਨ ਤੋਂ ਬਾਅਦ ਉਹ ਕਿਰਨ ਜਿਹੜੀ ਹੈ ਉਹ ਮੁੱਖ ਧੁਰੇ ਦੇ ਸਮਾਨਾਂਤਰ ਹੁੰਦੀ ਹੋਈ ਮੁੜ ਜਾਵੇਗੀ। ਇਹਨਾਂ ਨਿਯਮਾਂ ਨੂੰ ਅਸੀਂ ਰੇ ਡਾਇਗਰਾਮ ਬਣਾਉਣ ਲਈ ਵਰਤਾਂਗੇ। ਹੁਣ ਬੇਟਾ ਰੇ ਡਾਇਗਰਾਮਸ ਰੇਖਾ ਚਿੱਤਰ ਬਣਾਉਣੇ ਸਿੱਖਣੇ ਆ। ਅਸੀਂ ਰੇਖਾ ਚਿੱਤਰਾਂ ਦਾ ਅਸੀਂ ਉਪਯੋਗ ਕਰਕੇ ਅਵਤਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਨੂੰ ਦਰਸਾਇਆ ਹੋਇਆ। ਹੁਣ ਪਹਿਲਾ ਜਿਹੜਾ ਦੱਸਿਆ ਗਿਆ ਹੈ ਡਾਇਗਰਾਮ, ਉਸ ਵਿੱਚ ਕੀ ਹੈ ਕਿ ਵਸਤੂ ਦੀ ਸਥਿਤੀ ਜਿਹੜੀ ਹੈ P ਅਤੇ F ਦੇ ਵਿਚਕਾਰ ਹੈ। ਤੇ ਇੱਥੇ ਤੁਸੀਂ ਦੇਖ ਸਕਦੇ ਹੋ P ਅਤੇ F ਦੇ ਵਿਚਕਾਰ ਵਸਤੂ AB ਪਈ ਹੈ। ਤੇ ਪ੍ਰਤੀਬਿੰਬ ਕਿਸ ਤਰ੍ਹਾਂ ਦਾ ਬਣੇਗਾ? ਪ੍ਰਤੀਬਿੰਬ ਜਿਹੜਾ ਹੈ ਉਹ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਦਰਪਣ ਦੇ ਪਿੱਛੇ ਬਣਿਆ ਤੇ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣਿਆ ਹੈ ਤੇ ਵਸਤੂ ਦੇ ਆਕਾਰ ਤੋਂ ਕਾਫੀ ਵੱਡਾ ਬਣਿਆ ਹੈ। ਉਸੇ ਤਰ੍ਹਾਂ ਸੈਕਿੰਡ ਕੇਸ ਵਿੱਚ ਜੇਕਰ ਵਸਤੂ ਦਰਪਣ ਦੇ ਮੁੱਖ ਫੋਕਸ F ਅਤੇ ਵਕਰਤਾ ਕੇਂਦਰ C ਦੇ ਵਿਚਕਾਰ ਪਈ ਹੈ ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਵਕਰਤਾ ਕੇਂਦਰ C ਦੇ ਪਿੱਛੇ ਬਣਦਾ ਤੇ ਵਾਸਤਵਿਕ ਅਤੇ ਉਲਟਾ ਬਣਦਾ, ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ। ਤੇ ਜਿਹੜਾ ਪ੍ਰਤੀਬਿੰਬ ਦਾ ਆਕਾਰ ਹੈ ਉਹ ਵਸਤੂ ਦੇ ਆਕਾਰ ਤੋਂ ਵੱਡਾ ਹੋਵੇਗਾ। ਫਿਰ ਜੇ ਵਕਰਤਾ ਕੇਂਦਰ C ਉੱਤੇ ਤੁਹਾਡਾ ਵਸਤੂ ਜਿਹੜੀ ਹੈ ਉਹ ਪਈ ਹੈ, AB ਵਸਤੂ ਪਈ ਹੈ C ਉੱਤੇ, ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਵੀ C ਉੱਤੇ ਹੀ ਬਣੇਗਾ, ਵਾਸਤਵਿਕ ਅਤੇ ਉਲਟਾ ਬਣੇਗਾ ਤੇ ਜਿਹੜਾ ਪ੍ਰਤੀਬਿੰਬ ਦਾ ਆਕਾਰ ਹੈ ਤੇ ਵਸਤੂ ਦਾ ਆਕਾਰ ਹੈ ਉਹ ਬਰਾਬਰ ਹੋਏਗਾ। ਹਰ ਡਾਇਗਰਾਮ ਵਿੱਚ ਵਸਤੂ ਨੂੰ A B ਨਾਲ ਦਰਸਾਇਆ ਗਿਆ ਤੇ ਪ੍ਰਤੀਬਿੰਬ ਨੂੰ A ਡੈਸ਼ B ਡੈਸ਼ ਨਾਲ ਦਰਸਾਇਆ ਗਿਆ। ਫਿਰ ਜੇਕਰ ਵਕਰਤਾ ਕੇਂਦਰ C ਤੋਂ ਪਰਾਂ ਪਈ ਹੈ ਸਾਡੀ ਵਸਤੂ, ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਮੁੱਖ ਫੋਕਸ ਅਤੇ ਵਕਰਤਾ ਕੇਂਦਰ C ਦੇ ਵਿਚਕਾਰ ਬਣਦਾ ਤੇ ਪ੍ਰਤੀਬਿੰਬ ਵਾਸਤਵਿਕ ਅਤੇ ਉਲਟਾ ਬਣਦਾ। ਪ੍ਰਤੀਬਿੰਬ ਦਾ ਆਕਾਰ ਵਸਤੂ ਤੋਂ ਛੋਟਾ ਬਣਦਾ। ਹੁਣ ਅਸੀਂ ਉੱਤਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਜਦੋਂ ਵਸਤੂ ਨੂੰ ਵੱਖ-ਵੱਖ ਸਥਿਤੀਆਂ 'ਤੇ ਰੱਖਿਆ ਜਾਂਦਾ ਹੈ ਉਸ ਬਾਰੇ ਡਿਸਕਸ ਕਰਾਂਗੇ। ਤੇ ਅਨੰਤ ਅਤੇ ਦਰਪਣ ਦੇ ਧਰੁਵ ਦੇ ਵਿਚਕਾਰ ਜਦੋਂ ਅਸੀਂ ਵਸਤੂ ਨੂੰ ਰੱਖਦੇ ਹਾਂ ਤਾਂ ਉੱਤਲ ਦਰਪਣ ਦੇ ਕੇਸ ਵਿੱਚ ਪ੍ਰਤੀਬਿੰਬ ਦੀ ਸਥਿਤੀ ਪ੍ਰਕਿਰਤੀ ਕਿਹੋ ਜਿਹੀ ਹੋਏਗੀ? ਜਿਹੜੀ ਪ੍ਰਤੀਬਿੰਬ ਦੀ ਸਥਿਤੀ ਹੈ ਉਹ P ਅਤੇ F ਦੇ ਵਿਚਕਾਰ ਹੋਏਗੀ ਤੇ ਦਰਪਣ ਦੇ ਦੂਜੇ ਵਾਲੇ ਪਾਸੇ। ਤੇ ਪ੍ਰਕਿਰਤੀ ਜਿਹੜੀ ਹੈ ਪ੍ਰਤੀਬਿੰਬ ਦੀ ਉਹ ਕੀ ਹੋਏਗਾ ਕਿ ਪ੍ਰਤੀਬਿੰਬ ਸਿੱਧਾ ਹੋਏਗਾ ਤੇ ਆਭਾਸੀ ਹੋਏਗਾ ਤੇ ਇਸ ਦਾ ਜਿਹੜਾ ਆਕਾਰ ਹੈ ਇਹ ਵਸਤੂ ਤੋਂ ਛੋਟਾ ਹੋਏਗਾ, ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ। ਅਵਤਲ ਅਤੇ ਉੱਤਲ ਦਰਪਣ ਦੇ ਉਪਯੋਗਾਂ ਬਾਰੇ ਪੜਾਂਗੇ। ਅਵਤਲ ਦਰਪਣ ਦੇ ਉਪਯੋਗ, ਇਹ ਸੂਰਜੀ ਭੱਠੀ ਵਿੱਚ ਸੂਰਜ ਦੇ ਪ੍ਰਕਾਸ਼ ਨੂੰ ਕੇਂਦਰਿਤ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ ਤਾਂ ਜੋ ਉੱਚ ਤਾਪਮਾਨ ਪੈਦਾ ਕੀਤਾ ਜਾ ਸਕੇ। ਤੇ ਇਸ ਦਾ ਉਪਯੋਗ ਸ਼ੇਵਿੰਗ ਦਰਪਣ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਇਸ ਦੀ ਵਰਤੋਂ ਕੰਨ, ਨੱਕ ਅਤੇ ਗਲੇ ਦੇ ਡਾਕਟਰ ਵੱਲੋਂ ਕੰਨ, ਨੱਕ ਵਿੱਚ ਪ੍ਰਕਾਸ਼ ਨੂੰ ਫੋਕਸ ਕਰਨ ਲਈ ਕੀਤੀ ਜਾਂਦੀ ਹੈ। ਅਤੇ ਇਸ ਦਾ ਉਪਯੋਗ ਟਾਰਚਾਂ, ਸਰਚ ਲਾਈਟਾਂ ਅਤੇ ਵਾਹਨਾਂ ਦੀਆਂ ਹੈਡਲਾਈਟਾਂ ਵਿੱਚ ਵੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੈ ਉੱਤਲ ਦਰਪਣ ਦੇ ਉਪਯੋਗ। ਇਸ ਦਾ ਉਪਯੋਗ ਵਾਹਨਾਂ ਦੀ ਪਿੱਛੇ ਦੀ ਆਵਾਜਾਈ ਵੇਖਣ ਲਈ ਕੀਤਾ ਜਾਂਦਾ ਹੈ ਅਤੇ ਇਸ ਦਾ ਉਪਯੋਗ ਸੁਰੱਖਿਆ ਦਰਪਣ ਵਜੋਂ ਵੀ ਕੀਤਾ ਜਾਂਦਾ ਹੈ। ਨੈਕਸਟ, ਗੋਲਾਕਾਰ ਦਰਪਣਾਂ ਦੇ ਲਈ ਕਾਰਟੀਜ਼ੀਅਨ ਪਰੰਪਰਾ। ਇੱਥੇ ਤੁਹਾਨੂੰ ਇੱਕ ਦਰਪਣ ਜਿਹੜਾ ਹੈ ਉਹ ਦਰਸਾਇਆ ਗਿਆ, ਤੁਹਾਨੂੰ ਦਿਖਾਈ ਦੇ ਰਿਹਾ ਦਰਪਣ, ਅਤੇ ਕੁਝ ਰੂਲਸ ਜਿਹੜੇ ਹੈ ਉਹ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਫਸਟ ਰੂਲ ਹੈ ਉਹ ਕਹਿੰਦਾ ਹੈ ਕਿ ਵਸਤੂ ਸਦਾ ਹੀ ਦਰਪਣ ਦੇ ਖੱਬੇ ਪਾਸੇ ਰੱਖੀ ਜਾਂਦੀ ਹੈ। ਅਤੇ ਇਸ ਦਾ ਅਰਥ ਹੈ ਕਿ ਦਰਪਣ ਉੱਤੇ ਵਸਤੂ ਤੋਂ ਪ੍ਰਕਾਸ਼ ਖੱਬੇ ਪਾਸੇ ਤੋਂ ਆਪਤਿਤ ਹੁੰਦਾ ਹੈ। ਇੱਥੇ ਵੀ ਜਿਹੜੀ ਵਸਤੂ AB ਹੈ ਉਹ ਖੱਬੇ ਪਾਸੇ ਹੀ ਰੱਖੀ ਗਈ ਹੈ। ਸੈਕਿੰਡ ਰੂਲ ਇਜ਼ ਮੁੱਖ ਧੁਰੇ ਦੇ ਸਮਾਨਾਂਤਰ ਸਾਰੀਆਂ ਦੂਰੀਆਂ ਦਰਪਣ ਦੇ ਧਰੁਵ ਤੋਂ ਮਾਪੀਆਂ ਜਾਂਦੀਆਂ ਹਨ। ਥਰਡ ਇਜ਼ ਮੂਲ ਬਿੰਦੂ ਦੇ ਸੱਜੇ ਪਾਸੇ ਮਾਪੀਆਂ ਗਈਆਂ ਸਾਰੀਆਂ ਦੂਰੀਆਂ ਧਨਾਤਮਕ ਪੋਜ਼ਿਟਿਵ ਮੰਨੀਆਂ ਜਾਂਦੀਆਂ ਹਨ, ਜਦੋਂ ਕਿ ਮੂਲ ਬਿੰਦੂ ਦੇ ਖੱਬੇ ਪਾਸੇ ਮਾਪੀਆਂ ਗਈਆਂ ਸਾਰੀਆਂ ਦੂਰੀਆਂ ਰਿਣਾਤਮਕ ਨੈਗੇਟਿਵ ਮੰਨੀਆਂ ਜਾਂਦੀਆਂ ਹਨ। ਚਿੱਤਰ ਵਿੱਚ ਵੀ ਦਰਸਾਇਆ ਗਿਆ ਹੈ। ਫਿਰ ਮੂਲ ਬਿੰਦੂ ਦੇ ਉੱਪਰਲੇ ਪਾਸੇ ਮਾਪੀਆਂ ਗਈਆਂ ਸਾਰੀਆਂ ਦੂਰੀਆਂ ਧਨਾਤਮਕ ਪੋਜ਼ਿਟਿਵ ਮੰਨੀਆਂ ਜਾਂਦੀਆਂ ਹਨ, ਜਦੋਂ ਕਿ ਮੂਲ ਬਿੰਦੂ ਦੇ ਹੇਠਲੇ ਪਾਸੇ ਮਾਪੀਆਂ ਗਈਆਂ ਦੂਰੀਆਂ ਰਿਣਾਤਮਕ ਨੈਗੇਟਿਵ ਮੰਨੀਆਂ ਜਾਂਦੀਆਂ ਹਨ। ਇਹ ਸਾਰੇ ਪੁਆਇੰਟਸ ਇਸ ਡਾਇਗਰਾਮ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਰਸਾਏ ਗਏ ਹਨ। ਅਤੇ ਜਿਹੜਾ ਦਰਪਣ ਸੂਤਰ ਹੈ ਉਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਇਹ ਦਰਪਣ ਸੂਤਰ ਕੀ ਕਹਿੰਦਾ ਹੈ ਕਿ 1 ਪ੍ਰਤੀਬਿੰਬ ਦੀ ਦੂਰੀ ਪਲੱਸ 1 ਵਸਤੂ ਦੀ ਦੂਰੀ ਇਕੁਅਲਸ ਟੂ 1 ਫੋਕਸ ਦੂਰੀ। ਪ੍ਰਤੀਬਿੰਬ ਦੀ ਦੂਰੀ ਨੂੰ ਅਸੀਂ ਸਮਾਲ ਲੈਟਰ V ਨਾਲ ਦਰਸਾਉਂਦੇ ਹਾਂ ਅਤੇ ਵਸਤੂ ਦੀ ਦੂਰੀ ਨੂੰ ਅਸੀਂ ਸਮਾਲ ਲੈਟਰ U ਨਾਲ ਜਿਹੜੇ ਹੈ ਦਰਸਾਉਂਦੇ ਹਾਂ। ਫੋਕਸ ਦੂਰੀ ਨੂੰ ਸਮਾਲ F ਨਾਲ ਦਰਸਾਇਆ ਜਾਂਦਾ ਹੈ। ਅਤੇ ਦਰਪਣ ਸੂਤਰ ਦੇ ਅਕੋਰਡਿੰਗ, ਮਿਰਰ ਫਾਰਮੂਲਾ ਦੇ ਅਕੋਰਡਿੰਗ ਜਿਹੜਾ ਸਾਡਾ ਫਾਰਮੂਲਾ ਹੈ ਉਹ ਕੀ ਬਣੇਗਾ, 1/V ਪਲੱਸ 1/U ਇਕੁਅਲਸ ਟੂ 1/F। ਨੈਕਸਟ ਇਜ਼ ਵੱਡ ਦਰਸ਼ਨ। ਗੋਲਾਕਾਰ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਵਸਤੂ ਦੇ ਆਕਾਰ ਤੋਂ ਵੱਡਾ, ਛੋਟਾ ਜਾਂ ਬਰਾਬਰ ਹੋ ਸਕਦਾ ਹੈ। ਇਸ ਲਈ ਪ੍ਰਤੀਬਿੰਬ ਦਾ ਵਸਤੂ ਦੀ ਤੁਲਨਾ ਵਿੱਚ ਆਕਾਰ ਵੱਡ ਦਰਸ਼ਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਅਤੇ ਵੱਡ ਦਰਸ਼ਨ ਨੂੰ ਅਸੀਂ M ਨਾਲ ਡਿਨੋਟ ਕਰਦੇ ਹਾਂ, ਮੈਗਨੀਫਿਕੇਸ਼ਨ ਬੋਲਦੇ ਹਾਂ ਇਸ ਨੂੰ। ਅਤੇ ਪ੍ਰਤੀਬਿੰਬ ਦੀ ਉਚਾਈ ਅਸੀਂ H' ਅਤੇ ਵਸਤੂ ਦੀ ਉਚਾਈ ਨੂੰ H ਨਾਲ ਅਸੀਂ ਡਿਨੋਟ ਕਰਨੇ ਹਾਂ। ਹੁਣ ਵੱਡ ਦਰਸ਼ਨ ਜੋ ਹੈ ਉਹ ਕੀ ਹੈ, ਵੱਡ ਦਰਸ਼ਨ ਪ੍ਰਤੀਬਿੰਬ ਦੀ ਉਚਾਈ ਅਤੇ ਵਸਤੂ ਦੀ ਉਚਾਈ ਦਾ ਅਨੁਪਾਤ ਹੁੰਦਾ ਹੈ। M ਇਜ਼ ਇਕੁਅਲ ਟੂ ਪ੍ਰਤੀਬਿੰਬ ਦੀ ਉਚਾਈ ਓਵਰ ਵਸਤੂ ਦੀ ਉਚਾਈ, M ਇਕੁਅਲਸ ਟੂ H'/H। ਜਾਂ ਫਿਰ ਇੱਕ ਹੋਰ ਫਾਰਮੂਲਾ ਹੈ M ਬਰਾਬਰ -V/U। ਹੁਣ ਵੱਡ ਦਰਸ਼ਨ ਦਾ ਮਹੱਤਵ ਕੀ ਹੈ? ਜੇਕਰ ਪ੍ਰਤੀਬਿੰਬ ਦੀ ਉਚਾਈ H' ਵਸਤੂ ਦੀ ਉਚਾਈ H ਹੋਵੇ ਤਾਂ ਜੇਕਰ ਵੱਡ ਦਰਸ਼ਨ ਦੀ ਵੈਲਿਊ ਜਿਹੜੀ ਹੈ ਉਹ ਪੋਜ਼ਿਟਿਵ ਆਉਂਦੀ ਹੈ ਤਾਂ ਜਿਹੜਾ ਪ੍ਰਤੀਬਿੰਬ ਬਣਦਾ ਹੈ ਉਹ ਆਭਾਸੀ ਅਤੇ ਸਿੱਧਾ ਹੋਵੇਗਾ। ਅਤੇ ਜੇਕਰ M ਦੀ ਵੈਲਿਊ ਨੈਗੇਟਿਵ ਆਉਂਦੀ ਹੈ ਤਾਂ ਪ੍ਰਤੀਬਿੰਬ ਜਿਹੜਾ ਉਹ ਵਾਸਤਵਿਕ ਅਤੇ ਉਲਟਾ ਹੋਵੇਗਾ। ਇਸੇ ਤਰ੍ਹਾਂ ਜੇਕਰ M ਦਾ ਮੈਗਨੀਟਿਊਡ ਜਿਹੜਾ ਉਹ 1 ਦੇ ਇਕੁਅਲ ਆਉਂਦਾ ਹੈ ਅਤੇ ਇਸ ਕੇਸ ਵਿੱਚ H' ਅਤੇ H ਬਰਾਬਰ ਹੋਣਗੇ, ਪ੍ਰਤੀਬਿੰਬ ਦਾ ਆਕਾਰ ਅਤੇ ਵਸਤੂ ਦਾ ਆਕਾਰ ਬਰਾਬਰ ਹੋਣਗੇ। ਅਗਰ ਜਿਹੜਾ ਵੱਡ ਦਰਸ਼ਨ ਹੈ ਉਸਦਾ ਮੈਗਨੀਟਿਊਡ ਗ੍ਰੇਟਰ ਦੈਨ 1 ਆਉਂਦਾ ਹੈ, 1 ਤੋਂ ਵੱਡੀ ਵੈਲਿਊ ਆਉਂਦੀ ਹੈ, ਤਾਂ ਪ੍ਰਤੀਬਿੰਬ ਦਾ ਆਕਾਰ ਵਸਤੂ ਤੋਂ ਵੱਡਾ ਹੋਏਗਾ। ਜੇਕਰ M ਦੀ ਵੈਲਿਊ 1 ਤੋਂ ਛੋਟੀ ਆਉਂਦੀ ਹੈ ਤਾਂ ਪ੍ਰਤੀਬਿੰਬ ਦਾ ਆਕਾਰ ਵਸਤੂ ਤੋਂ ਛੋਟਾ ਹੋਵੇਗਾ। ਨੈਕਸਟ, ਪ੍ਰਕਾਸ਼ ਦਾ ਅਪਵਰਤਨ। ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਇਹ ਆਪਣੇ ਰਸਤੇ ਤੋਂ ਮੁੜ ਜਾਂਦੀ ਹੈ। ਇਸ ਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ, ਰੀਫਰੈਕਸ਼ਨ ਆਫ ਲਾਈਟ ਆਖਦੇ ਹਨ। ਉਦਾਹਰਨ ਵਜੋਂ ਜਦੋਂ ਪ੍ਰਕਾਸ਼ ਦੀ ਕਿਰਨ ਹਵਾ ਵਿੱਚੋਂ ਗਲਾਸ ਸਲੈਬ ਵਿੱਚ ਦਾਖਲ ਹੁੰਦੀ ਹੈ ਤਾਂ ਸਿੱਧੇ ਜਾਣ ਦੀ ਬਜਾਏ ਅਭਿਲੰਬ ਵੱਲ ਮੁੜ ਜਾਂਦੀ ਹੈ, ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਇਸ ਨੂੰ ਪ੍ਰਕਾਸ਼ ਦਾ ਅਪਵਰਤਨ, ਰੀਫਰੈਕਸ਼ਨ ਆਫ ਲਾਈਟ ਕਿਹਾ ਜਾਂਦਾ ਹੈ। ਅਪਵਰਤਨ ਅੰਕ। ਹਵਾ ਜਾਂ ਨਿਰਵਾਯੂ ਵਿੱਚ ਪ੍ਰਕਾਸ਼ ਦੀ ਚਾਲ ਅਤੇ ਕਿਸੇ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਦੇ ਅਨੁਪਾਤ ਨੂੰ ਅਪਵਰਤਨ ਅੰਕ ਕਹਿੰਦੇ ਹਨ। ਇਹ ਇੱਕ ਅਨੁਪਾਤ ਹੈ
ਇਸ ਲਈ ਇਸ ਦੀ ਕੋਈ ਵੀ ਇਕਾਈ ਨਹੀਂ ਹੁੰਦੀ। ਅਪਵਰਤਨ ਅੰਕ ਇਕੁਅਲਸ ਟੂ ਖਲਾਅ ਵਿੱਚ ਪ੍ਰਕਾਸ਼ ਦੀ ਚਾਲ ਅਪੋਨ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ। ਖਲਾਅ ਵਿੱਚ ਪ੍ਰਕਾਸ਼ ਦੀ ਚਾਲ ਨੂੰ ਅਸੀਂ ਸੀ ਨਾਲ ਸਿੰਬਲਾਈਜ਼ ਕਰਨੇ ਆ ਤੇ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਨੂੰ ਅਸੀਂ ਵੀ ਮੰਨ ਲਿਆ। ਸੋ ਅਪਵਰਤਨ ਅੰਕ ਹੋ ਗਿਆ ਸੀ ਅਪੋਨ ਵੀ ਦੇ ਬਰਾਬਰ। ਹੁਣ ਇੱਥੇ ਲਿਖਿਆ ਹੈ ਅਪਵਰਤਨ ਅੰਕ n/1 ਤੋਂ ਡਿਨੋਟ ਕੀਤਾ ਹੈ ਤੇ ਪ੍ਰਕਾਸ਼ ਦੀ ਚਾਲ ਮਾਧਿਅਮ 1 ਵਿੱਚ ਅਪੋਨ ਪ੍ਰਕਾਸ਼ ਦੀ ਚਾਲ ਮਾਧਿਅਮ 2 ਵਿੱਚ। ਜਦੋਂ ਅਸੀਂ 2 ਮੀਡੀਅਮਸ ਦੇ ਵਿੱਚ ਅਪਵਰਤਨ ਅੰਕ ਜਿਹੜਾ ਪਤਾ ਕਰਨਾ ਹੈ ਤਾਂ ਕੀ ਹੋਏਗਾ, ਉਸ ਨੂੰ ਇਸ ਤਰ੍ਹਾਂ ਡਿਨੋਟ ਕਰਦੇ ਆ n/1। ਇਸ ਦਾ ਮਤਲਬ ਹੈ ਇਹ ਰੇਸ਼ੋ ਹੈ ਕਿਸ ਦੀ, ਪ੍ਰਕਾਸ਼ ਦੀ ਚਾਲ ਜਿਹੜੀ ਪਹਿਲੇ ਮਾਧਿਅਮ ਵਿੱਚ ਹੈ ਉਸ ਦੀ ਕਿਸ ਦੇ ਨਾਲ, ਪ੍ਰਕਾਸ਼ ਦੀ ਚਾਲ ਜਿਹੜੀ ਦੂਜੇ ਮਾਧਿਅਮ ਵਿੱਚ ਹੈ ਉਸ ਨਾਲ ਇਸ ਦੀ ਰੇਸ਼ੋ ਹੈ। ਜੇਕਰ ਮਾਧਿਅਮ ਇੱਕ ਖਲਾਅ ਜਾਂ ਹਵਾ ਹੋਵੇ ਤਾਂ ਮਾਧਿਅਮ ਦਾ ਅਪਵਰਤਨ ਅੰਕ ਹੁੰਦਾ ਹਵਾ ਵਿੱਚ ਪ੍ਰਕਾਸ਼ ਦੀ ਚਾਲ ਬਟਾ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ। n ਮਾਧਿਅਮ ਬਰਾਬਰ c/v। ਇਹ ਫਾਰਮੂਲਾ ਉਦੋਂ ਲੱਗਣਾ ਜਦੋਂ ਦੋ ਮਾਧਿਅਮ ਵਿੱਚੋਂ ਇੱਕ ਮਾਧਿਅਮ ਖਲਾਅ ਹੋਵੇ। ਹਵਾ ਵਿੱਚ ਪ੍ਰਕਾਸ਼ ਦੀ ਚਾਲ ਅਤੇ ਖਲਾਅ ਵਿੱਚ ਪ੍ਰਕਾਸ਼ ਦੀ ਚਾਲ ਲਗਭਗ ਬਰਾਬਰ ਹੁੰਦੀ ਹੈ। ਪ੍ਰਕਾਸ਼ ਦੇ ਅਪਵਰਤਨ ਦੇ ਨਿਯਮ। ਪਹਿਲਾ ਨਿਯਮ, ਆਪਾਤੀ ਕਿਰਨ, ਅਪਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇੱਕੋ ਹੀ ਤਲ ਵਿੱਚ ਹੁੰਦੇ ਹਨ। ਦੂਜਾ ਨਿਯਮ ਕੀ ਕਹਿੰਦਾ ਹੈ, ਅਪਵਰਤਨ ਦੇ ਦੂਜੇ ਨਿਯਮ ਨੂੰ ਸਨੈਲ ਦਾ ਨਿਯਮ ਵੀ ਆਖਦੇ ਹਨ, ਜਿਸ ਅਨੁਸਾਰ ਆਪਤਨ ਕੋਣ ਦੇ ਸਾਈਨ ਅਤੇ ਅਪਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ ਹੈ। ਸਾਈਨ ਆਈ ਅਪੋਨ ਸਾਈਨ ਆਰ ਇਕੁਅਲਸ ਟੂ ਸਥਿਰ ਅੰਕ। ਇਹ ਸਥਿਰ ਅੰਕ ਨੂੰ ਹੀ ਅਸੀਂ ਅਪਵਰਤਨ ਅੰਕ ਆਖਦੇ ਹਾਂ। ਗੋਲਾਕਾਰ ਲੈਂਸ ਦੁਆਰਾ ਅਪਵਰਤਨ। ਪਹਿਲੇ ਅਸੀਂ ਗੋਲਾਕਾਰ ਲੈਂਸ ਦੀਆਂ ਕਿਸਮਾਂ ਪੜਾਂਗੇ। ਪਹਿਲੀ ਕਿਸਮ ਹੈ ਉੱਤਲ ਲੈਂਸ, ਜਿਸ ਨੂੰ ਤੁਸੀਂ ਕਨਵੈਕਸ ਲੈਂਸ ਜਾਂ ਕਨਵਰਜਿੰਗ ਲੈਂਸ ਕਹਿੰਦੇ ਹੋ। ਇਹ ਵਿਚਕਾਰੋਂ ਮੋਟਾ ਅਤੇ ਸਿਰਿਆਂ ਤੋਂ ਪਤਲਾ ਹੁੰਦਾ ਹੈ। ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇੱਕ ਬਿੰਦੂ ਉੱਤੇ ਕੇਂਦਰਿਤ ਕਰ ਦਿੰਦਾ ਹੈ, ਇਸ ਲਈ ਇਸ ਨੂੰ ਅਭਿਸਾਰੀ ਲੈਂਸ ਵੀ ਆਖਦੇ ਹਨ। ਕਨਵਰਜਿੰਗ ਲੈਂਸ ਇਹ ਆਭਾਸੀ ਅਤੇ ਵਾਸਤਵਿਕ ਦੋਵੇਂ ਤਰ੍ਹਾਂ ਦੇ ਪ੍ਰਤੀਬਿੰਬ ਬਣਾਉਂਦਾ ਹੈ ਤੇ ਮਨੁੱਖੀ ਅੱਖ ਵਿੱਚ ਜਿਹੜਾ ਲੈਂਸ ਹੈ ਉਹ ਉੱਤਲ ਲੈਂਸ ਹੈ। ਨੈਕਸਟ ਇਜ਼ ਅਵਤਲ ਲੈਂਸ, ਕਨਕੇਵ ਲੈਂਸ ਔਰ ਡਾਇਵਰਜਿੰਗ ਲੈਂਸ। ਇਹ ਵਿਚਕਾਰੋਂ ਪਤਲਾ ਅਤੇ ਸਿਰਿਆਂ 'ਤੇ ਮੋਟਾ ਹੁੰਦਾ ਹੈ। ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਖਿਲਾਰ ਦਿੰਦਾ ਹੈ, ਡਾਇਵਰਜ ਕਰ ਦਿੰਦਾ ਹੈ, ਇਸ ਲਈ ਇਸ ਨੂੰ ਅਪਸਾਰੀ ਲੈਂਸ, ਡਾਇਵਰਜਿੰਗ ਲੈਂਸ ਆਖਦੇ ਹਨ। ਇਹ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ। ਗੋਲਾਕਾਰ ਲੈਂਸ ਲਈ ਕੁਝ ਪਰਿਭਾਸ਼ਾਵਾਂ। ਪਹਿਲੀ ਹੈ ਪ੍ਰਕਾਸ਼ੀ ਕੇਂਦਰ O। ਲੈਂਸ ਦੇ ਕੇਂਦਰ ਬਿੰਦੂ ਨੂੰ ਇਸ ਦਾ ਪ੍ਰਕਾਸ਼ੀ ਕੇਂਦਰ ਆਖਦੇ ਹਨ। ਇਸ ਨੂੰ O ਨਾਲ ਡਿਨੋਟ ਕਰਦੇ ਹੈ ਤੇ ਪ੍ਰਕਾਸ਼ ਦੀ ਕਿਰਨ ਬਿਨਾਂ ਮੁੜੇ ਇਸ ਵਿੱਚੋਂ ਸਿੱਧੀ ਲੰਘ ਜਾਂਦੀ ਹੈ। ਤੁਸੀਂ ਇਸ ਡਾਇਗਰਾਮ ਵਿੱਚ O ਪੁਆਇੰਟ ਦੇਖ ਸਕਦੇ ਹੋ। ਸੈਂਟਰ ਵਿੱਚ ਇਹ ਲੈਂਸ ਦਾ ਕੇਂਦਰ ਬਿੰਦੂ ਹੈ, ਇਸੇ ਨੂੰ ਪ੍ਰਕਾਸ਼ੀ ਕੇਂਦਰ ਬੋਲਿਆ ਹੋਇਆ ਹੈ। ਨੈਕਸਟ ਇਜ਼ ਮੁਕਤੁਰਾ। ਕਿਸੇ ਲੈਂਸ ਦੇ ਦੋਵੇਂ ਵਕਰਤਾ ਕੇਂਦਰਾਂ ਵਿੱਚੋਂ ਲੰਘਣ ਵਾਲੀ ਇੱਕ ਕਾਲਪਨਿਕ ਸਿੱਧੀ ਰੇਖਾ ਨੂੰ ਲੈਂਸ ਦਾ ਮੁਕਤੁਰਾ ਆਖਦੇ ਹਨ। ਇਸ ਨੂੰ ਪ੍ਰਿੰਸੀਪਲ ਐਕਸਿਸ ਕਿਹਾ ਜਾਂਦਾ ਹੈ। ਨੈਕਸਟ ਇਜ਼ ਵਕਰਤਾ ਕੇਂਦਰ C। ਲੈਂਸ ਦੀ ਹਰ ਸਤ੍ਹਾ ਇੱਕ ਗੋਲੇ ਦਾ ਭਾਗ ਹੁੰਦੀ ਹੈ। ਇਹਨਾਂ ਗੋਲਿਆਂ ਦੇ ਕੇਂਦਰ ਨੂੰ ਵਕਰਤਾ ਕੇਂਦਰ ਕਹਿੰਦੇ ਹਨ। ਨੈਕਸਟ ਹੈ ਫੋਕਸ ਦੂਰੀ F। ਕਿਸੇ ਲੈਂਸ ਦੇ ਮੁੱਖ ਫੋਕਸ F ਅਤੇ ਪ੍ਰਕਾਸ਼ੀ ਕੇਂਦਰ O ਵਿਚਕਾਰ ਦੀ ਦੂਰੀ ਨੂੰ ਫੋਕਸ ਦੂਰੀ ਆਖਦੇ ਹਨ। ਇਸ ਤਰ੍ਹਾਂ O ਤੇ ਕੈਪੀਟਲ F ਦੇ ਵਿੱਚ ਜਿਹੜੀ ਦੂਰੀ ਹੈ ਉਸਨੂੰ ਸਮਾਲ ਲੈਟਰ F ਨਾਲ ਡਿਨੋਟ ਕੀਤਾ ਹੋਇਆ ਹੈ। ਇਹੀ ਸਾਡੀ ਫੋਕਸ ਦੂਰੀ ਹੈ ਲੈਂਸ ਦੀ। ਚਿੱਤਰ ਵਿੱਚ OF ਲੈਂਸ ਦੀ ਫੋਕਸ ਦੂਰੀ ਹੈ। ਇਹ ਵਕਰਤਾ ਅਰਧ ਵਿਆਸ ਦਾ ਅੱਧ ਹੁੰਦੀ ਹੈ। ਤੇ ਤੁਹਾਨੂੰ ਪਤਾ ਹੈ ਉੱਤਲ ਲੈਂਸ ਨੂੰ ਅਸੀਂ ਅਭਿਸਾਰੀ ਲੈਂਸ ਤੇ ਅਵਤਲ ਲੈਂਸ ਨੂੰ ਅਸੀਂ ਅਪਸਾਰੀ ਲੈਂਸ ਕਹਿੰਦੇ ਹਾਂ। ਨੈਕਸਟ, ਇਹ ਡਾਇਗਰਾਮ ਵਿੱਚ ਕਲੀਅਰ ਕੀਤੇ ਹੋਏ ਆ ਸਾਰੇ ਪੁਆਇੰਟ ਜਿਹੜੇ ਅਸੀਂ ਪਿੱਛੇ ਡਿਸਕਸ ਕੀਤੇ ਆ। ਇੱਥੇ ਦੱਸਿਆ ਹੋਇਆ ਪ੍ਰਿੰਸੀਪਲ ਐਕਸਿਸ ਬਾਰੇ, ਫੋਕਸ ਬਾਰੇ, ਵਕਰਤਾ ਕੇਂਦਰ ਬਾਰੇ ਵੀ ਦੱਸਿਆ ਹੋਇਆ। ਸਾਰਾ ਜਿਹੜਾ ਅਸੀਂ ਪਿੱਛੇ ਡਿਸਕਸ ਕੀਤਾ ਇਸ ਡਾਇਗਰਾਮ ਵਿੱਚ ਕਲੀਅਰ ਕੀਤਾ ਹੋਇਆ। ਨੈਕਸਟ ਇਜ਼ ਗੋਲਾਕਾਰ ਲੈਂਸ ਦੁਆਰਾ ਰੇਖਾ ਚਿੱਤਰ ਨਾਲ ਪ੍ਰਤੀਬਿੰਬ ਪ੍ਰਾਪਤ ਕਰਨ ਦੇ ਨਿਯਮ। ਸਭ ਤੋਂ ਪਹਿਲਾ ਨਿਯਮ, ਜੇਕਰ ਆਪਾਤੀ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਹੋਵੇ ਤਾਂ ਅਪਵਰਤਿਤ ਕਿਰਨ ਫੋਕਸ ਵਿੱਚੋਂ ਲੰਘਦੀ ਹੈ, ਚਿੱਤਰ ਵਿੱਚ ਵੀ ਦਰਸਾਇਆ ਗਿਆ। ਸੈਕਿੰਡ, ਜੇਕਰ ਆਪਾਤੀ ਕਿਰਨ ਫੋਕਸ ਵਿੱਚੋਂ ਲੰਘਦੀ ਹੈ ਤਾਂ ਅਪਵਰਤਿਤ ਕਿਰਨ ਮੁੱਖ ਧੁਰੇ ਦੇ ਸਮਾਂਤਰ ਹੋਵੇਗੀ।
ਇਹ ਵੀ ਚਿੱਤਰ ਵਿੱਚ ਦਰਸਾਇਆ ਗਿਆ ਹੈ। ਥਰਡ ਇਜ਼ ਜੇਕਰ ਆਪਾਤੀ ਕਿਰਨ ਪ੍ਰਕਾਸ਼ ਕੇਂਦਰ ਵਿੱਚੋਂ ਲੰਘਦੀ ਹੈ ਤਾਂ ਲੈਂਸ ਵਿੱਚੋਂ ਬਿਨਾਂ ਮੁੜੇ ਸਿੱਧੀ ਲੰਘ ਜਾਂਦੀ। ਗੋਲਾਕਾਰ ਲੈਂਸ ਦੁਆਰਾ ਬਣਾਏ ਗਏ ਪ੍ਰਤੀਬਿੰਬ। ਤੇ ਹੁਣ ਅਸੀਂ ਉੱਤਰ ਲੈਂਸ ਦੁਆਰਾ ਬਣਾਏ ਗਏ ਪ੍ਰਤੀਬਿੰਬਾਂ ਬਾਰੇ ਪੜਾਂਗੇ। ਜੇਕਰ ਸਾਡੀ ਵਸਤੂ ਅਨੰਤ ਉੱਤੇ ਹੋਵੇ ਤਾਂ ਪ੍ਰਤੀਬਿੰਬ ਫੋਕਸ F2 ਉੱਤੇ ਬਣਦਾ ਹੈ, ਐਸ ਸ਼ੋਨ ਇਨ ਦਾ ਫਿਗਰ। ਤੇ ਇਹ ਬਹੁਤ ਹੀ ਛੋਟਾ ਬਣਦਾ ਹੈ ਬਿੰਦੂ ਦੇ ਆਕਾਰ ਦਾ, ਤੇ ਵਾਸਤਵਿਕ ਅਤੇ ਉਲਟਾ ਹੋਵੇਗਾ। ਜੇਕਰ ਸਾਡੀ ਵਸਤੂ 2F1 ਤੋਂ ਪਰੇ ਹੋਵੇ, ਐਸ ਸ਼ੋਨ ਇਨ ਫਿਗਰ ਹੇਅਰ, ਤੇ ਜਿਹੜਾ ਪ੍ਰਤੀਬਿੰਬ ਹੈ ਉਹ F2 ਅਤੇ 2F2 ਦੇ ਵਿਚਕਾਰ ਬਣਦਾ ਹੈ, ਛੋਟਾ ਬਣਦਾ ਹੈ, ਵਾਸਤਵਿਕ ਅਤੇ ਉਲਟਾ ਹੁੰਦਾ ਹੈ। ਜੇਕਰ ਵਸਤੂ 2F1 ਉੱਤੇ ਹੋਵੇ, ਥਰਡ ਫਿਗਰ ਵਿੱਚ ਦੱਸਿਆ ਗਿਆ, ਤੇ ਜਿਹੜਾ ਸਾਡਾ ਪ੍ਰਤੀਬਿੰਬ ਹੈ ਉਹ 2F2 ਉੱਤੇ ਬਣਦਾ ਹੈ ਤੇ ਬਰਾਬਰ ਸਾਈਜ਼ ਦਾ ਬਣਦਾ ਹੈ। ਜਿੰਨੇ ਸਾਈਜ਼ ਦੀ ਵਸਤੂ ਉਨੇ ਸਾਈਜ਼ ਦਾ ਹੀ ਪ੍ਰਤੀਬਿੰਬ ਬਣਦਾ ਹੈ, ਵਾਸਤਵਿਕ ਅਤੇ ਉਲਟਾ ਹੁੰਦਾ ਹੈ। ਜੇਕਰ ਵਸਤੂ F1 ਅਤੇ 2F1 ਦੇ ਵਿੱਚ ਰੱਖੀ ਹੋਵੇ ਤਾਂ ਪ੍ਰਤੀਬਿੰਬ ਜਿਹੜਾ ਉਹ 2F2 ਤੋਂ ਪਰਾਂ ਬਣੇਗਾ ਤੇ ਵੱਡਾ ਬਣੇਗਾ, ਵਸਤੂ ਤੋਂ ਕਾਫੀ ਵੱਡਾ ਬਣਦਾ ਹੈ, ਵਾਸਤਵਿਕ ਅਤੇ ਉਲਟਾ ਬਣਦਾ ਹੈ। ਫਿਰ ਜੇਕਰ ਸਾਡੀ ਵਸਤੂ ਜਿਹੜੀ ਹੈ ਉਹ ਫੋਕਸ F1 ਤੇ ਪਈ ਹੋਵੇ ਤੇ ਪ੍ਰਤੀਬਿੰਬ ਜਿਹੜਾ ਹੈ ਤਾਂ ਉਹ ਅਨੰਤ ਉੱਤੇ ਬਣੇਗਾ ਤੇ ਬਹੁਤ ਜ਼ਿਆਦਾ ਵੱਡਾ ਬਣੇਗਾ ਤੇ ਵਾਸਤਵਿਕ ਅਤੇ ਉਲਟਾ ਹੋਵੇਗਾ। ਲਾਸਟ ਕੇਸ ਵਿੱਚ ਜੇਕਰ ਫੋਕਸ F1 ਅਤੇ ਪ੍ਰਕਾਸ਼ਿਤ ਕੇਂਦਰ O ਦੇ ਵਿਚਕਾਰ ਸਾਡੀ ਵਸਤੂ ਪਈ ਹੋਵੇ ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਜਿਸ ਪਾਸੇ ਵਸਤੂ ਹੈ ਲੈਂਸ ਦੇ ਉਸੇ ਪਾਸੇ ਬਣੇਗਾ ਤੇ ਬਹੁਤ ਜ਼ਿਆਦਾ ਵੱਡਾ ਬਣੇਗਾ ਤੇ ਇਹ ਆਭਾਸੀ ਅਤੇ ਸਿੱਧਾ ਬਣੇਗਾ। ਨੈਕਸਟ, ਅਵਤਲ ਲੈਂਸ ਦੇ ਕੇਸ ਵਿੱਚ ਪ੍ਰਤੀਬਿੰਬ ਕਿਸ ਤਰ੍ਹਾਂ ਦੇ ਬਣਦੇ ਹਨ। ਜੇਕਰ ਵਸਤੂ ਅਨੰਤ ਉੱਤੇ ਹੋਵੇ, ਅਵਤਲ ਲੈਂਸ ਦੇ ਕੇਸ ਵਿੱਚ ਜੇਕਰ ਅਸੀਂ ਵਸਤੂ ਅਨੰਤ ਉੱਤੇ ਰੱਖੀ ਹੈ ਤਾਂ ਮਤਲਬ ਜਿਹੜੀ ਵਸਤੂ ਹੈ ਜੇ ਉਹ ਅਨੰਤ 'ਤੇ ਪਈ ਹੋਵੇ ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਫੋਕਸ ਉੱਤੇ ਬਣੇਗਾ ਤੇ ਬਹੁਤ ਹੀ ਛੋਟਾ ਬਿੰਦੂ ਦੇ ਆਕਾਰ ਦਾ ਬਣੇਗਾ, ਆਭਾਸੀ ਅਤੇ ਸਿੱਧਾ ਬਣੇਗਾ। ਤੇ ਜੇਕਰ ਵਸਤੂ ਅਨੰਤ ਅਤੇ ਲੈਂਸ ਦੇ ਪ੍ਰਕਾਸ਼ ਕੇਂਦਰ O ਦੇ ਵਿਚਕਾਰ ਹੋਵੇ ਤਾਂ ਜਿਹੜਾ ਪ੍ਰਤੀਬਿੰਬ ਹੈ ਉਹ ਫੋਕਸ F1 ਅਤੇ ਪ੍ਰਕਾਸ਼ ਕੇਂਦਰ O ਦੇ ਵਿਚਕਾਰ ਹੀ ਬਣੇਗਾ ਤੇ ਇਸ ਕੇਸ ਵਿੱਚ ਪ੍ਰਤੀਬਿੰਬ ਛੋਟਾ ਬਣੇਗਾ ਤੇ ਆਭਾਸੀ ਅਤੇ ਸਿੱਧਾ ਬਣੇਗਾ। ਇਹ ਵੀ ਡਾਇਗਰਾਮ ਵਿੱਚ ਸ਼ੋ ਕੀਤਾ ਹੋਇਆ ਹੈ। ਫਿਰ ਉਸ ਤੋਂ ਬਾਅਦ ਹੈ ਲੈਂਸ ਫਾਰਮੂਲਾ, ਵਾਰਦਰਸ਼ ਅਤੇ ਲੈਂਸ ਦੀ ਸ਼ਕਤੀ। ਇਹਨਾਂ ਬਾਰੇ ਅਸੀਂ ਪੜ੍ਹਨਾ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਲੈਂਸ ਫਾਰਮੂਲਾ ਬਾਰੇ। ਲੈਂਸ ਦੀ ਫੋਕਸ ਦੂਰੀ F, ਲੈਂਸ ਦੀ ਵਸਤੂ ਤੋਂ ਦੂਰੀ U ਤੇ ਪ੍ਰਤੀਬਿੰਬ ਦੀ ਦੂਰੀ V ਦੇ ਵਿਚਕਾਰ ਸੰਬੰਧ ਨੂੰ ਲੈਂਸ ਸੂਤਰ ਆਖਦੇ ਹਨ, ਲੈਂਸ ਫਾਰਮੂਲਾ ਆਖਦੇ ਹਨ। ਤੇ ਇਹ ਫਾਰਮੂਲਾ ਹੈ 1/F = 1/V - 1/U। ਤੇ F ਜੋ ਹੈ ਉਹ R/2 ਦੇ ਬਰਾਬਰ ਵੀ ਹੁੰਦਾ ਹੈ। ਇੱਥੇ ਸਮੋਲ f ਹੈ ਡਿਸਟੈਂਸ ਬਿਟਵੀਨ O ਐਂਡ F, ਮਤਲਬ ਫੋਕਲ ਲੈਂਥ ਹੈ ਸਾਡੀ। ਤੇ ਸਮੋਲ u ਜਿਹੜਾ ਡਿਸਟੈਂਸ ਆਫ ਆਬਜੈਕਟ ਹੈ ਫਰੋਮ O, ਜਿਹੜਾ ਆਪਟੀਕਲ ਸੈਂਟਰ O ਹੈ ਉਸ ਤੋਂ ਜਿਹੜਾ ਡਿਸਟੈਂਸ ਹੁੰਦਾ ਆਬਜੈਕਟ ਦਾ, ਵਸਤੂ ਦਾ, ਉਸਨੂੰ U ਨਾਲ ਡਿਨੋਟ ਕਰਦੇ ਹਾਂ। V ਇਮੇਜ ਦਾ ਡਿਸਟੈਂਸ ਹੈ ਆਪਟੀਕਲ ਸੈਂਟਰ ਤੋਂ। ਜਿਹੜਾ R ਹੈ, ਕੈਪੀਟਲ ਲੈਟਰ R ਨਾਲ ਇਸ ਨੂੰ ਡਿਨੋਟ ਕਰਨਾ ਹੈ। R ਜਿਹੜਾ ਹੈ ਉਹ ਸਾਡਾ ਰੇਡੀਅਸ ਆਫ ਕਰਵੇਚਰ ਹੈ, ਉਹ ਡਿਸਟੈਂਸ ਹੁੰਦਾ ਹੈ ਸੈਂਟਰ ਆਫ ਕਰਵੇਚਰ ਤੇ ਆਪਟੀਕਲ ਸੈਂਟਰ ਦੇ ਵਿੱਚ ਦਾ। ਤੇ ਇਸ ਤੋਂ ਬਾਅਦ ਨੈਕਸਟ ਹੈ ਵਾਰਦਰਸ਼ਨ M। ਵਾਰਦਰਸ਼ਨ M ਪ੍ਰਤੀਬਿੰਬ ਦੀ ਉਚਾਈ H' ਅਤੇ ਵਸਤੂ ਦੀ ਉਚਾਈ H ਦਾ ਅਨੁਪਾਤ ਹੁੰਦਾ ਹੈ। M = H'/H। ਤੇ ਜਿਹੜਾ H' ਹੈ ਉਹ ਇਮੇਜ ਦੀ ਹਾਈਟ ਹੈ ਪ੍ਰਿੰਸੀਪਲ ਐਕਸਿਸ ਤੋਂ, ਮੁੱਖ ਧੁਰੇ ਤੋਂ, ਤੇ H ਆਬਜੈਕਟ ਦੀ ਹਾਈਟ ਹੈ ਪ੍ਰਿੰਸੀਪਲ ਐਕਸਿਸ ਤੋਂ। ਲੈਂਸ ਦੀ ਸ਼ਕਤੀ, ਪਾਵਰ ਆਫ ਲੈਂਸ ਬਾਰੇ ਇਹਨਾਂ ਨੇ ਦੱਸਿਆ। ਲੈਂਸ ਦੀ ਪ੍ਰਕਾਸ਼ ਕਿਰਨਾਂ ਨੂੰ ਝੁਕਾਉਣ ਦੀ ਯੋਗਤਾ ਨੂੰ ਲੈਂਸ ਦੀ ਸ਼ਕਤੀ ਆਖਦੇ ਹਨ। ਇਹ ਲੈਂਸ ਦੀ ਫੋਕਸ ਦੂਰੀ ਦੇ ਉਲਟ ਅਨੁਪਾਤੀ ਹੁੰਦੀ ਹੈ। ਪਾਵਰ ਆਫ ਲੈਂਸ = 1/ਫੋਕਲ ਲੈਂਥ ਆਫ ਲੈਂਸ। ਤੇ ਲੈਂਸ ਦੀ ਸ਼ਕਤੀ ਦੀ ਜਿਹੜੀ SI ਇਕਾਈ ਹੈ ਉਹ ਹੈ ਡਾਇਓਪਟਰ। 1 ਮੀਟਰ ਫੋਕਸ ਦੂਰੀ ਵਾਲੇ ਲੈਂਸ ਦੀ ਸ਼ਕਤੀ 1 ਡਾਇਓਪਟਰ ਹੁੰਦੀ ਹੈ। ਤੇ ਇਸ ਨੂੰ ਡਾਇਓਪਟਰ ਨੂੰ ਅੰਗਰੇਜ਼ੀ ਦੇ ਅੱਖਰ D ਨਾਲ ਲਿਖਦੇ ਹਨ। ਉੱਤਰ ਲੈਂਸ ਦੀ ਜਿਹੜੀ ਸ਼ਕਤੀ ਹੈ ਉਹ ਹਮੇਸ਼ਾ ਧਨਾਤਮਕ ਹੁੰਦੀ ਹੈ, ਪੋਜ਼ਿਟਿਵ। ਤੇ ਅਵਤਲ ਲੈਂਸ ਦੀ ਜਿਹੜੀ ਸ਼ਕਤੀ ਹੈ ਅਵਤਲ ਲੈਂਸ ਦੀ, ਉਹ ਹਮੇਸ਼ਾ ਰਿਣਾਤਮਕ ਹੁੰਦੀ ਹੈ, ਨੈਗੇਟਿਵ। ਉਮੀਦ ਕਰਦੀ ਹਾਂ ਬੇਟਾ ਅੱਜ ਦਾ ਟੌਪਿਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ। ਹੁਣ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣਾ। ਆਲ ਦਾ ਬੈਸਟ ਫॉर योर एग्ज़ाम।
ਥੈਂਕ ਯੂ ਵੈਰੀ ਮੱਚ।